ਸਾਰਿਆਂ ਨੂੰ ਜੈ ਮਸੀਹ ਦੀ ਇੱਕ ਵਾਰ ਫਿਰ ਤੋਂ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇ। ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਜਿੰਨੇ ਜਣੇ ਇਸ ਵਚਨ ਨੂੰ ਸੁਣਨ ਸਾਰੇ ਹੀ ਪਰਮੇਸ਼ਰ ਦੇ ਵੱਲੋਂ ਬਲੈਸ ਹੋਣ, ਆਸ਼ੀਸ਼ ਪਾਉਣ, ਪਰਮੇਸ਼ਰ ਦੀ ਵਿਜ਼ਡਮ ਨੂੰ ਪਾਉਣ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਅੱਜ ਦਾ ਜੋ ਪਾਕ ਕਲਾਮ ਮੈਂ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ, ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਰਮੇਸ਼ਵਰ ਯਹੋਵਾ ਦੇ ਅੱਗੇ ਛੋਟੀ ਜਿਹੀ ਪ੍ਰਾਰਥਨਾ ਨੂੰ ਕਰਦੇ ਹਾਂ ਕਿ ਉਹਦਾ ਆਤਮਾ ਸਾਡੀ ਅਗਵਾਈ ਕਰੇ। ਮੈਂ ਨਾ ਬਲਕਿ ਉਹਦਾ ਆਤਮਾ ਮੇਰੇ ਵਿੱਚ ਦੀ ਹੋ ਕੇ ਬੋਲੇ ਔਰ ਸੁਣਨ ਵਾਲੇ ਔਰ ਬੋਲਣ ਵਾਲੇ ਦੋਨੋਂ ਹੀ ਆਸ਼ੀਸ਼ ਤੇ ਬਰਕਤ ਨੂੰ ਪਾਲਣ। ਸਰਵ ਸ਼ਕਤੀਮਾਨ ਖੁਦਾਵੰਦ ਖੁਦਾ, ਸੈਨਾ ਦੇ ਯਹੋਵਾ, ਮੇਰੇ ਪਰਮ ਪ੍ਰਧਾਨ ਪਰਮੇਸ਼ਵਰ, ਜ਼ਮੀਨ ਤੇ ਅਸਮਾਨ ਦੇ ਮਾਲਕ ਮੇਰੇ ਪਿਤਾ ਪਰਮੇਸ਼ਵਰ, ਮੈਂ ਪਿਤਾ ਪਰਮੇਸ਼ਵਰ ਸਭ ਸੁਣਨ ਵਾਲਿਆਂ ਲਈ ਖੁਦਾਵੰਦ ਖੁਦਾ ਤੇਰੇ ਕੋਲੋਂ ਵਿਜ਼ਡਮ ਨੂੰ ਮੰਗਦੀ। ਖੁਦਾਵੰਦ ਖੁਦਾ ਬੜੀ ਬਰਕਤ ਨੂੰ ਮੰਗਦੀ ਹਾਂ ਔਰ ਤੇਰੇ ਆਤਮਾ ਦੇ ਪਹਿਰੇ ਨੂੰ ਮੰਗਦੀ ਨਾ ਲੋਕਾਂ ਦੇ ਉੱਤੇ। ਖੁਦਾਵੰਦ ਖੁਦਾ ਤੇਰਾ ਆਤਮਾ ਅਗਵਾਈ ਕਰੇ, ਇਹਨਾਂ ਨੂੰ ਸਮਝ ਦੇਵੇ ਖੁਦਾਵੰਦ ਖੁਦਾ, ਤਾਂ ਜੋ ਤੇਰੇ ਵਚਨ ਇਹਨਾਂ ਦੇ ਹਿਰਦਿਆਂ ਦੇ ਵਿੱਚ ਬਸ ਜਾਣ ਖੁਦਾ ਔਰ ਇੱਕ ਅੱਛਾ ਫਲ ਲੈ ਕੇ ਆਉਣ। ਖੁਦਾਵੰਦ ਖੁਦਾ ਪਿਤਾ ਪਰਮੇਸ਼ਰ ਜਦ ਇਸ ਵਚਨ ਨੂੰ ਸੁਣਨ ਖੁਦਾਵੰਦ ਖੁਦਾ ਪੂਰੀ ਗਹਿਰਾਈ ਦੇ ਨਾਲ ਖੁਦਾਵੰਦ ਖੁਦਾ ਤੇਰਾ ਆਤਮਾ ਇਹਨਾਂ ਤੇ ਛਾਇਆ ਕਰ ਲਵੇ। ਜੋ ਬਿਮਾਰ ਸੁਣੇ ਉਹ ਚੰਗਾ ਹੋ ਜਾਵੇ, ਜੋ ਬੇਰੁਜ਼ਗਾਰ ਸੁਣੇ ਖੁਦਾ ਉਹ ਰੋਜ਼ਗਾਰ ਨੂੰ ਪਾ ਲਵੇ ਖੁਦਾ, ਜੋ ਨਿਰਾਸ਼ ਹੋਇਆ ਸੁਣੇ ਖੁਦਾਵੰਦ ਖੁਦਾ ਉਹ ਬੜੀ ਅਨੰਤ ਖੁਸ਼ੀ ਨੂੰ ਪਾ ਲਵੇ ਖੁਦਾਵੰਦ ਖੁਦਾ, ਕਿਉਂਕਿ ਤੇਰਾ ਆਤਮਾ ਸਾਡੇ ਵਿਚਕਾਰ ਹੈ। ਖੁਦਾਵੰਦ ਖੁਦਾ ਮੈਂ ਵਿਸ਼ਵਾਸ ਕਰਦੀ ਹਾਂ ਖੁਦਾਵੰਦ ਖੁਦਾ, ਕਿਉਂਕਿ ਕੋਈ ਵੀ ਇਨਸਾਨ ਆਪਣੀ ਖੂਬੀ, ਲਾਕਤ ਔਰ ਤਾਕਤ ਨਾਲ ਬੋਲ ਨਹੀਂ ਸਕਦਾ ਖੁਦਾ ਜਦ ਤੱਕ ਤੇਰਾ ਆਤਮਾ ਨਾ ਬੁਲਾਵੇ ਖੁਦਾ। ਉਸੀ ਆਤਮਾ ਦੇ ਵਸੀਲੇ ਦੇ ਨਾਲ ਖੁਦਾਵੰਦ ਖੁਦਾ ਮੈਂ ਇੱਕ ਇੱਕ ਜਨ ਨੂੰ ਬਲੈਸ ਕਰਦੀ, ਇਹਨਾਂ ਦੇ ਘਰਾਣਿਆਂ ਨੂੰ ਖੁਦਾ, ਇਹਨਾਂ ਦੀਆਂ ਸੋਚਾਂ ਤੇ ਵਿਚਾਰਾਂ ਨੂੰ ਬਲੈਸ ਕਰਦੀ ਖੁਦਾਵੰਦ ਖੁਦਾ, ਇਹਨਾਂ ਦੇ ਆਉਣੇ ਜਾਣੇ ਨੂੰ ਬਲੈਸ ਕਰਦੀ ਖੁਦਾਵੰਦ ਖੁਦਾ। ਇੱਕ ਵੱਡੀ ਬੇਦਾਰੀ ਇਹਨਾਂ ਦੇ ਜੀਵਨਾਂ ਦੇ ਵਿੱਚ ਉਤਰ ਆਵੇ ਖੁਦਾਵੰਦ ਖੁਦਾ। ਜੋ ਆਪਣੇ ਬੱਚਿਆਂ ਤੋਂ ਨਿਰਾਸ਼ ਆ ਖੁਦਾਵੰਦ ਖੁਦਾ, ਦੁਖੀ ਆ, ਇੱਕ ਭੈਣ ਨੇ ਮੈਨੂੰ ਰਿਕੁਐਸਟ ਕੀਤੀ ਖੁਦਾਵੰਦ ਖੁਦਾ, ਮੇਰੇ ਪਿਤਾ ਪਰਮੇਸ਼ਰ ਮੈਂ ਆਤਮਾ ਦੇ ਵਿੱਚ ਉਹਨਾਂ ਨੂੰ ਟੱਚ ਕਰਦੀ ਹਾਂ ਖੁਦਾਵੰਦ ਖੁਦਾ। ਪਿਤਾ ਪਰਮੇਸ਼ਰ ਤੂੰ ਕਿਹਾ ਤੂੰ ਬਚ, ਤੇਰਾ ਘਰਾਣਾ ਬਚਾਇਆ ਜਾਵੇਗਾ ਖੁਦਾ, ਉਹਨਾਂ ਦੇ ਘਰਾਣੇ ਨੂੰ ਬਚਾ ਲਓ ਖੁਦਾਵੰਦ ਖੁਦਾ। ਯੀਸ਼ੂ ਨਾਮ 'ਚ ਵੱਡੀ ਕਿਰਪਾ ਕਰੋ ਖੁਦਾ, ਹਰ ਮੰਗਣ ਵਾਲਾ ਪਾ ਲੈਂਦਾ ਖੁਦਾਵੰਦ ਖੁਦਾ। ਮੈਂ ਮੰਗਦੀ ਹਾਂ ਇਸ ਪਰਿਵਾਰ ਦੇ ਲਈ ਖੁਦਾਵੰਦ ਖੁਦਾ ਤੇਰੇ ਕੋਲੋਂ ਖੁਦਾਵੰਦ ਖੁਦਾ। ਮੇਰੇ ਪਿਤਾ ਪਰਮੇਸ਼ਰ ਤੇ ਈਮਾਨ ਕਰਦੀ ਹਾਂ ਖੁਦਾਵੰਦ ਖੁਦਾ। ਅੱਜ ਦਾ ਕਲਾਮ ਇਹਨਾਂ ਦੇ ਹਿਰਦਿਆਂ ਨੂੰ ਹੀ ਨਹੀਂ, ਇਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਦਲ ਡਾਲੇਗਾ ਖੁਦਾ, ਯੀਸ਼ੂ ਨਾਮ ਦੇ ਵਿੱਚ, ਕਿਉਂਕਿ ਆਤਮਾ ਦਾ ਬੋਲਿਆ ਕਦੀ ਵਿਅਰਥ ਨਹੀਂ ਜਾਂਦਾ। ਜਦੋਂ ਅਸੀਂ ਆਪਣੇ ਸ਼ਬਦਾਂ ਦੇ ਨਾਲ, ਆਪਣੀ ਬੁੱਧੀ ਦੇ ਨਾਲ ਚੱਲਦੇ ਹਾਂ ਖੁਦਾਵੰਦ ਖੁਦਾ, ਕੋਈ ਵੀ ਵਰਕ ਨਹੀਂ ਕਰ ਪਾਉਂਦੇ ਖੁਦਾ, ਪਰ ਜਦੋਂ ਤੇਰਾ ਆਤਮਾ ਚਲਾਉਂਦਾ ਖੁਦਾਵੰਦ ਖੁਦਾ ਬੜੀ ਬੜੀ ਬੇਦਾਰੀ ਆਉਂਦੀ ਖੁਦਾਵੰਦ ਖੁਦਾ। ਤੂੰ ਆਪਣੇ ਬਹੁਤ ਦਾਸ ਦਾਸੀਆਂ ਨੂੰ ਪਿਤਾ ਪਰਮੇਸ਼ਰ ਚੁਣਿਆ ਔਰ ਤੇਰਾ ਆਤਮਾ ਉਹਨਾਂ ਨੂੰ ਚਲਾ ਰਿਹਾ ਖੁਦਾਵੰਦ ਖੁਦਾ, ਔਰ ਬਹੁਤ ਲੋਕ ਉਧਾਰ ਪਾ ਰਹੇ ਆ। ਅਸੀਂ ਉਹਨਾਂ ਨੂੰ ਵੀ ਬਲੈਸ ਕਰਦੇ ਖੁਦਾਵੰਦ ਖੁਦਾ। ਤੇਰਾ ਨਾਮ ਖੁਦਾਵੰਦ ਖੁਦਾ ਉੱਚਾ ਕੀਤਾ ਜਾਵੇ ਦੁਨੀਆ ਦੇ ਵਿੱਚ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਖੁਦਾ। ਸਾਰੀ ਮਹਿਮਾ, ਸਾਰਾ ਜਲਾਲ ਤੁਹਾਡੀ ਬੇਟੀ ਪਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਆਪਣੇ ਉਧਾਰਕਰਤਾ ਦੇ ਨਾਮ ਦੇ ਵਿੱਚ ਪਾਕ ਰੂਹ ਦੇ ਵਸੀਲੇ ਦੇ ਨਾਲ ਤੈਨੂੰ ਦਿੰਦੀ ਆ, ਤੇ ਸਾਰੀ ਪ੍ਰਾਰਥਨਾ ਨੂੰ ਆਪਣੇ ਲਈ ਔਰ ਇਹਨਾਂ ਸਭ ਲੋਕਾਂ ਦੇ ਲਈ ਮੰਗ ਲੈਂਦੀ ਤੇ ਪੂਰੇ ਇਮਾਨ ਦੇ ਨਾਲ ਪਾ ਲੈਂਦੀ। ਸਭ ਬੋਲੇ ਆਮੀਨ ਆਮੀਨ। ਸੋ ਅੱਜ ਦਾ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਇਹ ਹੈ ਕਿ ਖੁਦਾਵੰਦ ਨੇ ਜੋ ਮੈਨੂੰ ਦਿੱਤਾ, ਯਹੂਨਾ 1:1, ਆਦਿ ਵਿੱਚ ਸ਼ਬਦ ਸੀ, ਸ਼ਬਦ ਹੀ ਪਰਮੇਸ਼ਰ ਸੀ, ਤੇ ਸ਼ਬਦ ਹੀ ਦੇਹਧਾਰੀ ਹੋ ਕੇ ਧਰਤੀ ਤੇ ਆਇਆ, ਤੇ ਸ਼ਬਦ ਦੁਆਰਾ ਹੀ ਇਸ ਸ੍ਰਿਸ਼ਟੀ ਨੂੰ ਰਚਿਆ ਗਿਆ। ਤੋ ਅੱਜ ਦਾ ਵਿਸ਼ਾ ਜਿਹੜਾ ਹੈਗਾ ਸ਼ਬਦ, ਅਸੀਂ ਸਭ ਤੋਂ ਪਹਿਲਾਂ ਆਪਣੇ ਜੀਵਨ ਦੇ ਵਿੱਚ ਇਹ ਗੌਰ ਕਰਨਾ ਆ ਕਿ ਅਸੀਂ ਹੁਣ ਉਸ ਬਾਪ ਦੀ ਸੰਤਾਨ ਆ ਜਿਸ ਨੇ ਸ਼ਬਦ ਦੁਆਰਾ ਧਰਤੀ ਤੇ ਆਕਾਸ਼ ਨੂੰ ਰਚ ਦਿੱਤਾ। ਉਹਦੇ ਬੋਲਣ ਦੇ ਨਾਲ ਲੰਗੜੇ ਚੱਲਦੇ ਆ, ਮੁਰਦੇ ਜੀਂਦੇ ਹੁੰਦੇ ਆ, ਕੋੜੀ ਪਾਕ ਸ਼ੁੱਧ ਕੀਤੇ ਜਾਂਦੇ ਆ। ਤੇ ਸਾਡੇ ਪਰਮੇਸ਼ਵਰ ਨੇ ਆਪਣੀ ਪਵਿੱਤਰ ਪੁਸਤਕ ਨੂੰ ਜੋ ਸਾਡੇ ਸਭਨਾਂ ਦੇ ਕੋਲ ਆ, ਉਸਨੇ ਆਪਣੇ ਨਾਮ ਤੋਂ ਉੱਚਾ ਦਰਜਾ ਆਪਣੇ ਪਾਕ ਪਵਿੱਤਰ ਕਲਾਮ ਨੂੰ ਦੇ ਦਿੱਤਾ। ਔਰ ਇਸ ਪਵਿੱਤਰ ਕਲਾਮ ਦੇ ਵਿੱਚ ਕੀ ਆ? ਸ਼ਬਦ ਦੇਹਧਾਰੀ ਹੋ ਕੇ ਧਰਤੀ ਤੇ ਆਇਆ, ਤੇ ਸ਼ਬਦ ਦੁਆਰਾ ਪਰਮੇਸ਼ਵਰ ਨੇ ਕਿਹਾ ਸਾਰੀ ਧਰਤੀ ਦੀ ਰਚਨਾ ਕੀਤੀ ਗਈ, ਆਕਾਸ਼ ਮੰਡਲ ਦੀ ਰਚਨਾ ਕੀਤੀ ਗਈ। ਤੋ ਸ਼ਬਦਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਅਸਰ ਪੈਂਦਾ ਹੈ। ਸੋ ਜੋ ਮੈਨੂੰ ਪਰਮੇਸ਼ਵਰ ਨੇ ਇਹ ਦਿੱਤਾ ਕਿ ਅਸੀਂ ਜਦੋਂ ਆਪਣੇ ਜੀਵਨ ਦੇ ਵਿੱਚ ਇਹ ਮਨਨ ਕਰਨਾ
मनन करना कि हुण असीं प्रभु यीशु दी संतान आ। ਅਸੀਂ ਦੁਨੀਆ ਤੋਂ ਅਲੱਗ ਕੀਤੇ ਗਏ ਔਰ ਉਹਦੇ ਲਹੂ ਦੁਆਰਾ ਧੋ ਕੇ ਸ਼ੁੱਧ ਕੀਤੇ ਗਏ। ਹੁਣ ਸਾਡੀਆਂ ਨਾੜਾਂ ਦੇ ਵਿੱਚ, ਸਾਡੀਆਂ ਸੋਚਾਂ ਦੇ ਵਿੱਚ ਪ੍ਰਭੂ ਯੀਸ਼ੂ ਦੇ ਲਹੂ ਦਾ ਵਾਸ ਹੈ। ਸੋ ਹੁਣ ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਸੰਤਾਨ ਆ, ਤੇ ਅਸੀਂ ਹੁਣ ਜੇ ਪ੍ਰਭੂ ਯੀਸ਼ੂ ਮਸੀਹ ਦੀ ਸੰਤਾਨ ਆ ਤੇ ਅਸੀਂ ਉਸ ਪਿਤਾ ਦੀ ਸੰਤਾਨ ਆ ਜਿਸ ਨੇ ਆਪਣਾ ਆਤਮਾ ਸਾਨੂੰ ਸਭਨਾਂ ਨੂੰ ਸਦਾ ਸਰਵਦਾ ਲਈ ਦੇ ਦਿੱਤਾ। ਤੇ ਜੇ ਅਸੀਂ ਪਰਮੇਸ਼ਵਰ ਦੀ ਆਤਮਾ ਪਾਏ ਹੋਏ ਜਾਂਦੇ ਹਾਂ ਤੇ ਸਾਨੂੰ ਬਹੁਤ ਜ਼ਿਆਦਾ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਆ ਕਿ ਉਹਦਾ ਆਤਮਾ ਜੋ ਸਾਡੇ ਅੰਦਰ ਵਸਦਾ ਹੈ, ਹੁਣ ਸਾਡੇ ਸ਼ਬਦ ਆਮ ਨਹੀਂ ਬਲਕਿ ਖਾਸ ਹੋ ਚੁੱਕੇ ਆ। ਕਿਉਂਕਿ ਹੁਣ ਸਾਡੇ ਬੋਲ ਸਾਡੇ ਨਹੀਂ ਰਹੇ ਬਲਕਿ ਉਹਦੀ ਆਤਮਾ ਦੇ ਆ, ਕਿਉਂਕਿ ਅਸੀਂ ਉਹਦੀ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਆ। ਸਾਡੇ ਸ਼ਬਦਾਂ ਦੇ ਵਿੱਚ ਪਾਵਰ ਹੈ, ਸ਼ਕਤੀ ਹੈ। ਅਸੀਂ ਹੁਣ ਉਸ ਪਰਮੇਸ਼ਵਰ ਦੀ ਸੰਤਾਨ ਆ, ਉਸ ਪਿਤਾ ਦੀ ਸੰਤਾਨ ਆ ਜਿਸ ਦੇ ਬੋਲਣ ਦੇ ਨਾਲ ਦੁਨੀਆ ਰਚੀ ਗਈ। ਦੁਨੀਆ ਦੀ ਹਰ ਸ਼ੈ ਉਹਦੇ ਬੋਲਣ ਦੇ ਨਾਲ ਰਚੀ ਗਈ। ਜਿਸ ਤਰ੍ਹਾਂ ਸਾਡੇ ਫਿਜ਼ੀਕਲ ਧਰਤੀ ਦੇ ਉੱਤੇ ਮਾਤਾ ਪਿਤਾ ਆ, ਤੋ ਜਿਸ ਤਰ੍ਹਾਂ ਸਿਆਣੇ ਕਹਿੰਦੇ ਕਿ ਆਪਣੇ ਮਾਂ ਤੇ ਬਾਪ ਦੇ ਗਿਆ, ਤੇ ਹੁਣ ਸਾਡਾ ਮਾਂ ਪਿਤਾ ਕੌਣ ਆ? ਪਰਮੇਸ਼ਵਰ। ਤੇ ਸਾਡਾ ਹੁਣ ਬੋਲਿਆ ਹੋਇਆ ਵੀ ਜਿਸ ਤਰ੍ਹਾਂ ਸਾਡਾ ਬਾਪ ਬੋਲਦਾ, ਉਸਨੇ ਆਕਾਸ਼ ਮੰਡਲ ਨੂੰ ਰਚ ਦਿੱਤਾ, ਧਰਤੀ ਦੀ ਹਰ ਸ਼ੈ ਨੂੰ ਰਚ ਦਿੱਤਾ। ਤੇ ਅਸੀਂ ਜੇ ਉਹਦੀ ਸੰਤਾਨ ਆ ਤੇ ਉਹਦਾ ਆਤਮਾ ਸਾਡੇ ਵਿੱਚ ਵਸਦਾ, ਤੇ ਸਾਡੇ ਸ਼ਬਦਾਂ ਦੇ ਨਾਲ ਕਿੰਨੇ ਉਧਾਰ ਪਾ ਸਕਦੇ ਆ। ਤੇ ਸਾਡੇ ਸ਼ਬਦਾਂ ਦਾ ਸਹੀ ਉਚਾਰਨ ਕੀ ਆ? ਜਦੋਂ ਅਸੀਂ ਇਹ ਮਨਨ ਕਰ ਲਿਆ ਆਪਣੇ ਜੀਵਨ ਦੇ ਵਿੱਚ, ਇਹ ਵਿਸ਼ਵਾਸ ਕਰ ਲਿਆ, ਇੱਕ ਦ੍ਰਿੜ ਵਿਸ਼ਵਾਸ ਕਰਨ ਦੇ ਨਾਲ ਹੋਣਾ, ਅਸੀਂ ਸਭ ਤੋਂ ਪਹਿਲਾਂ ਆਪਣੇ ਅੰਦਰ ਇਹ ਫੇਥ ਲੈ ਕੇ ਆਉਣਾ, ਕਿਉਂਕਿ ਪਰਮੇਸ਼ਵਰ ਨੇ ਕਿਹਾ ਮੈਂ ਆਪਣਾ ਆਤਮਾ ਤੁਹਾਡੇ ਸਭਨਾਂ ਦੇ ਉੱਤੇ ਦੇ ਦੇਵਾਂਗਾ। ਤੇ ਉਹਨੇ ਕੀ ਕੀਤਾ? ਆਪਣਾ ਆਤਮਾ ਸਾਨੂੰ ਸਦਾ ਲਈ ਦੇ ਦਿੱਤਾ। ਤੇ ਪ੍ਰਭੂ ਯੀਸ਼ੂ ਨੂੰ ਜਦੋਂ ਸਵਰਗ 'ਚ ਉਠਾਏ ਜਾਣਾ ਸੀ, ਤੇ ਪ੍ਰਭੂ ਯੀਸ਼ੂ ਮਸੀਹ ਨੇ ਵੀ ਇਹ ਚੀਜ਼ ਕਹੀ ਕਿ ਹੁਣ ਮੈਂ ਜਾਵਾਂਗਾ, ਪਿਤਾ ਕੋਲ ਬੇਨਤੀ ਕਰਾਂਗਾ ਤੇ ਤਾਂ ਜੋ ਆਪਣਾ ਆਤਮਾ ਤੁਹਾਨੂੰ ਦੇ ਦੇਵੇ। ਸੋ ਇਹ ਡਿਕਲੇਅਰ ਹੋ ਗਿਆ ਕਿ ਉਹਨੇ ਸਾਨੂੰ ਆਪਣਾ ਆਤਮਾ ਦੇ ਦਿੱਤਾ। ਹੁਣ ਅਸੀਂ ਕੀ ਆ? ਆਤਮਾ ਦੇ ਚਲਾਏ ਆ। ਤੇ ਜੇ ਅਸੀਂ ਆਤਮਾ ਦੇ ਚਲਾਏ ਚੱਲਦੇ ਆ ਤੇ ਸਾਡੇ ਸ਼ਬਦ ਆਸ਼ੀਸ਼ ਵਾਲੇ ਹੋਣਗੇ, ਬਰਕਤ ਵਾਲੇ ਹੋਣਗੇ। ਅਸੀਂ ਜਿਸ ਦੀ ਜ਼ਿੰਦਗੀ ਦੇ ਵਿੱਚ ਬੋਲਾਂਗੇ ਉਹ ਕੰਮ ਕਰਕੇ ਆਉਣਗੇ। ਇਹ ਵਿਸ਼ਵਾਸ ਤੁਹਾਡਾ ਸਾਰਿਆਂ ਦਾ ਹੋਣਾ ਚਾਹੀਦਾ। ਚਾਹੇ ਤੁਸੀਂ ਆਪਣੇ ਬੱਚੇ ਦੀ ਜ਼ਿੰਦਗੀ 'ਚ ਬੋਲ ਦਿਓ, ਚਾਹੇ ਤੁਸੀਂ ਆਪਣੇ ਗੁਆਂਢੀਆਂ ਦੀ ਜ਼ਿੰਦਗੀ ਦੇ ਵਿੱਚ ਬੋਲ ਦਿਓ, ਕਿਸੇ ਦੀ ਜ਼ਿੰਦਗੀ ਦੇ ਵਿੱਚ ਬੋਲ ਜਾਓ ਜੋ ਦੁਖੀ ਆ, ਲਾਚਾਰ ਆ, ਬਿਮਾਰ ਆ, ਜਿਹਨੂੰ ਆਸ਼ੀਸ਼ ਨਹੀਂ ਮਿਲ ਰਹੀ। ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਕ ਆਸ਼ੀਸ਼ ਭਰਿਆ ਸ਼ਬਦ ਬੋਲ ਦਿਓ ਤੇ ਪਰਮੇਸ਼ਵਰ ਉਸ ਨੂੰ ਪੂਰਾ ਕਰੇਗਾ, ਕਿਉਂਕਿ ਅਸੀਂ ਆਤਮਾ ਦੁਆਰਾ ਬੋਲਦੇ ਹਾਂ। ਫਿਰ ਸਾਡੇ ਸ਼ਬਦ ਹੁਣ ਆਮ ਨਹੀਂ ਬਲਕਿ ਖਾਸ ਆ। ਅਸੀਂ ਆਪਣੇ ਸ਼ਬਦਾਂ ਦਾ ਉਚਾਰਨ ਸਹੀ ਢੰਗ ਦੇ ਨਾਲ ਕਰਨਾ ਆ। ਸਭ ਤੋਂ ਪਹਿਲਾਂ, ਫਿਰ ਮੈਂ ਤੁਹਾਨੂੰ ਇੱਕ ਵਾਰ ਦੁਹਰਾਵਾਂ ਕਿ ਸਭ ਤੋਂ ਪਹਿਲਾਂ ਵਿਸ਼ਵਾਸ ਕਰਨਾ, ਮਨਨ ਕਰਨਾ ਕਿ ਹੁਣ ਉਹਦਾ ਆਤਮਾ ਸਾਡੇ ਵਿੱਚ ਆ, ਤੇ ਉਹਦੇ ਆਤਮਾ ਦੇ ਫਲ ਵੀ ਤੁਹਾਨੂੰ ਪਤਾ ਆ। ਤੇ ਜੇ ਉਹਦਾ ਆਤਮਾ ਸਾਡੇ ਵਿੱਚ ਆ ਤੇ ਉਹ ਆਤਮਾ ਦੇ ਫਲ ਸਾਡੇ ਅੰਦਰ ਆ। ਤੇ ਜੇ ਉਹਦੇ ਫਲ ਸਾਡੇ ਅੰਦਰ ਆ ਤੇ ਆਤਮਾ ਕੀ ਕਹਿੰਦਾ? ਇੱਕ ਦੂਜੇ ਨੂੰ ਆਸ਼ੀਸ਼ ਦਿਓ, ਬਰਕਤ ਦਿਓ, ਆਨੰਦ ਦੇ ਵਿੱਚ ਰਹੋ, ਸ਼ਾਂਤੀ ਦੇ ਵਿੱਚ ਰਹੋ, ਧੀਰਜਤਾ ਦੇ ਵਿੱਚ ਰਹੋ, ਦਿਆਲਗੀ ਦੇ ਵਿੱਚ ਰਹੋ, ਭਲਾਈ ਦੇ ਵਿੱਚ ਰਹੋ, ਸੰਯਮ ਦੇ ਵਿੱਚ ਰਹੋ। ਤੇ ਜਦੋਂ ਸਾਡੇ ਅੰਦਰ ਉਹਦਾ ਆਤਮਾ ਤੇ ਸਾਡਾ ਸੁਭਾਅ ਵੀ ਉਦਾਂ ਦਾ, ਤੇ ਕਿਸੇ ਨੂੰ ਅਸੀਂ ਅਗਰ ਫਾਈਨੈਂਸ ਦੇ ਵਿੱਚ ਡੁੱਬਾ ਹੋਇਆ ਇਨਸਾਨ ਅਸੀਂ ਉਹਨੂੰ ਬਲੈਸ ਕਰ ਦੇਵਾਂਗੇ ਪ੍ਰਭੂ ਯੀਸ਼ੂ ਦੇ ਨਾਮ 'ਚ, ਤੇ ਉਹ ਬਲੈਸ ਹੋ ਜਾਊਗਾ। ਇੰਨੀ ਪਾਵਰ ਆ ਫਿਰ ਸਾਡੇ ਸ਼ਬਦਾਂ ਦੇ ਵਿੱਚ। ਜੇ ਅਸੀਂ ਇਹ ਆਪਣੇ ਅੰਦਰ ਧਾਰ ਲਿਆ ਕਿ ਹੁਣ ਅਸੀਂ ਨਹੀਂ ਬਲਕਿ ਉਹਦਾ ਆਤਮਾ ਸਾਡੇ ਅੰਦਰ ਵਿਚਕਾਰ ਬੋਲਦਾ, ਉਹ ਆਤਮਾ ਜਿਹਦੇ ਨਾਮ ਤੇ ਲੰਗੜੇ ਚੱਲਦੇ, ਮੁਰਦੇ ਜਿੰਦਾ ਹੁੰਦੇ ਆ ਤੇ ਕੋੜੀ ਪਾਕ ਸ਼ੁੱਧ ਕੀਤੇ ਜਾਂਦੇ ਆ, ਜਿਹੜਾ ਆਤਮਾ ਅੱਜ ਸਭਨਾਂ ਨੂੰ ਚਲਾ ਰਿਹਾ ਹੈ। ਸੋ ਸਾਡੇ ਸ਼ਬਦ ਹੁਣ ਆਮ ਨਹੀਂ ਬਲਕਿ ਖਾਸ ਆ। ਸੋ ਮੇਰਾ ਮੈਸੇਜ ਇਹ ਆ ਕਿ ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਦੁਖੀ ਆ, ਆਪਣੇ ਸ਼ਬਦਾਂ ਨੂੰ ਉਚਾਰੋ ਕਿ ਆਤਮਾ ਵਿਚਕਾਰ ਆ, ਸਾਡੇ ਪਰਮੇਸ਼ਰ ਦਾ ਆਤਮਾ ਸਾਡੇ ਅੰਦਰ ਆ। ਤੇ ਮੈਂ ਆਪਣੀ ਲਾਈਫ ਲਈ ਪ੍ਰੋਫੈਸੀ ਕਰਦੀ ਹਾਂ। ਆਪਣੀ ਲਾਈਫ ਲਈ ਖੁਦ ਪ੍ਰੋਫੈਸੀ ਕਰੋ ਰੋਜ਼, ਕਿਉਂਕਿ ਤੁਸੀਂ ਵੀ ਉਧਾਰ ਪਾਏ ਹੋਏ ਆ, ਤੁਸੀਂ ਵੀ ਤੌਬਾ ਕੀਤੀ ਹੋਈ ਆ, ਤੁਸੀਂ ਵੀ ਬੈਪਟਿਜ਼ਮ ਲਿਆ, ਤੁਸੀਂ ਵੀ ਪਰਮੇਸ਼ਰ ਦਾ ਆਤਮਾ ਲੈ ਲਿਆ। ਰੋਜ਼ ਪ੍ਰੋਫੈਸੀ ਕਰੋ ਆਪਣੇ ਲਈ, ਆਪਣੇ ਬੱਚਿਆਂ ਲਈ। ਤੁਸੀਂ ਜੀਵਨ ਦੇ ਵਿੱਚ ਅਜੀਬ ਤੇ ਚੰਬੇ ਕੰਬਾਂ ਨੂੰ ਹੁੰਦੇ ਦੇਖੋਗੇ। ਜੇ ਤੁਹਾਡਾ ਕੋਈ ਗਵਾਂਢੀ ਬਿਮਾਰ ਆ, ਸ਼ਬਦ ਬੋਲੋ ਉਹਨਾਂ ਲਈ, ਚੰਗੇ ਸ਼ਬਦ ਜਾ ਕੇ ਬੋਲੋ, ਮਾੜੇ ਨਾ ਬੋਲੋ। ਜੇ ਤੁਸੀਂ ਚੰਗੇ ਸ਼ਬਦ ਬੋਲ ਰਹੇ ਆ, ਆਸ਼ੀਸ਼ ਦੇ ਰਹੇ ਆ, ਆਪਣੇ ਵੈਰੀ ਨੂੰ ਵੀ ਆਸ਼ੀਸ਼ ਦੇ ਰਹੇ ਆ, ਤੇ ਡਨ ਆ ਕਿ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਆ। ਸੋ ਪਰਮੇਸ਼ਵਰ ਸਾਨੂੰ ਸਭਨਾਂ ਨੂੰ ਇੱਕ ਵਰਕ ਦਿੰਦਾ ਆ,
ਸਾਡੇ ਸਾਰਿਆਂ ਲਈ ਇੱਕ ਡਿਊਟੀ ਆ ਪਰਮੇਸ਼ਵਰ ਸਾਡੀ ਲਗਾਉਂਦਾ ਕਿ ਇੱਕ ਦੂਜੇ ਲਈ ਆਸ਼ੀਸ਼ ਦਾ ਕਾਰਨ ਬਣੋ। ਜਦੋਂ ਤੁਸੀਂ ਆਪਣੇ ਸਹੀ ਸ਼ਬਦਾਂ ਦਾ ਉਚਾਰਨ ਕਰਨਾ ਸਿੱਖ ਗਏ ਤੇ ਤੁਸੀਂ ਬਹੁਤਿਆਂ ਲਈ ਆਸ਼ੀਸ਼ ਦਾ ਕਾਰਨ ਬਣ ਜਾਓਗੇ, ਬਹੁਤਿਆਂ ਲਈ। ਜਿੱਦਾਂ ਬਚਨ ਵੀ ਕਹਿੰਦਾ ਹੈ ਕਿ ਤੁਸੀਂ ਇੱਕ ਦੂਜੇ ਨੂੰ ਆਸ਼ੀਸ਼ ਦਿੰਦੇ ਰਹੋ। ਅਸੀਂ ਸ਼ਬਦ ਦੀ ਪਾਵਰ ਨੂੰ ਸਮਝਦੇ ਹੋਏ ਬਿਮਾਰਾਂ ਲਈ ਪ੍ਰਾਰਥਨਾ ਕਰਨੀ ਆ, ਕਿਉਂਕਿ ਅਸੀਂ ਨਹੀਂ ਕਰ ਰਹੇ, ਆਦਾ ਆਤਮਾ ਕਰ ਰਿਹਾ। ਤੇ ਉਦੋਂ ਜਦੋਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਾਂਗੇ, ਆਪਣੇ ਸ਼ਬਦਾਂ ਨੂੰ ਆਪਣੇ ਸਮਝ ਕੇ ਨਾ ਬਲਕਿ ਪਵਿੱਤਰ ਆਤਮਾ ਦੇ ਸਮਝ ਕੇ ਕਰਾਂਗੇ ਤੇ ਬਿਮਾਰ ਚੰਗਾ ਹੋ ਜਾਏਗਾ। ਅਗਰ ਕਿਸੇ ਬੇਸਹਾਰਾ ਲਈ ਪ੍ਰਾਰਥਨਾ ਕਰਾਂਗੇ, ਆਪਣੇ ਸ਼ਬਦ ਨਾ ਸਮਝਦੇ ਹੋਏ ਪਵਿੱਤਰ ਆਤਮਾ ਦੇ ਸ਼ਬਦਾਂ ਨੂੰ ਸਮਝ ਕੇ, ਤੇ ਉਹ ਬੇਸਹਾਰਾ ਜਿਹੜਾ ਆਸਰਾ ਪਾ ਲਏਗਾ। ਇੰਨੀ ਪਾਵਰ ਆ ਸਾਡੇ ਸ਼ਬਦਾਂ ਦੇ ਵਿੱਚ। ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਹੁਣ ਆਮ ਤੋਂ ਖਾਸ ਬਣਾ ਦਿੱਤਾ। ਅਸੀਂ ਪਰਮੇਸ਼ਰ ਦੇ ਬਹੁਤ ਸਾਰੇ ਦਾਸਾਂ ਦੀ ਟੈਸਟਮਨੀ ਸੁਣਦੇ ਹਾਂ। ਉਹਨੇ ਆਪਣੀ ਟੈਸਟਮਨੀਆਂ ਦੇ ਵਿੱਚ ਦੱਸਿਆ ਕਿਸ ਤਰ੍ਹਾਂ ਖੁਦਾ ਉਹਨਾਂ ਨੂੰ ਕਿੱਥੋਂ ਕੱਢ ਕੇ ਲੈ ਕੇ ਆਇਆ, ਅੱਜ ਉਹ ਖਾਸ ਬਣ ਗਏ। ਤੇ ਖਾਸ ਬਣਾਉਣ ਵਾਲਾ ਕੌਣ ਆ? ਪਰਮੇਸ਼ਵਰ ਦਾ ਆਤਮਾ। ਉਹ ਆਤਮਾ ਜਿਹੜਾ ਸਾਡੇ ਵੀ ਅੰਦਰ ਵਸਦਾ ਹੈ। ਤੇ ਪਰਮੇਸ਼ਰ ਕਹਿੰਦਾ ਜੋ ਤੂੰ ਦੂਜੇ ਨੂੰ ਦਵੇਂਗਾ, ਜੋ ਤੂੰ ਬੀਜੇਗਾ ਉਹ ਤੂੰ ਵੱਢੇਗਾ। ਮਤਲਬ ਬੀਜਦੇ ਕਾਹਦੇ ਨਾਲ? ਜ਼ੁਬਾਨ ਦੇ ਨਾਲ। ਅਸੀਂ ਬੀਜ ਕਿਸ ਚੀਜ਼ ਨਾਲ ਬੀਜ ਰਹੇ ਹਾਂ? ਜ਼ੁਬਾਨ ਦੇ ਨਾਲ। ਤੇ ਜੇ ਤੁਸੀਂ ਚਾਹੁੰਦੇ ਆ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਚੰਗਾ ਵੱਢੋ, ਤੁਹਾਡੇ ਬੱਚੇ ਚੰਗਾ ਵੱਢਣ, ਤੇ ਚੰਗਾ ਬੋਲੋ, ਕਿਉਂਕਿ ਜੋ ਤੁਸੀਂ ਬੋਲਦੇ ਆ ਉਹੀ ਹੁੰਦਾ ਆ। ਸਾਡੇ ਸ਼ਬਦਾਂ ਦੇ ਵਿੱਚ ਪਾਵਰ ਆ। ਸਾਡੇ ਸ਼ਬਦਾਂ ਦੇ ਵਿੱਚ ਪਰਮੇਸ਼ਵਰ ਦਾ ਮਸਾ ਆ। ਪਰਮੇਸ਼ਵਰ ਦਾ ਆਤਮਾ ਸਾਡੇ ਸ਼ਬਦਾਂ ਦੇ ਵਿੱਚ ਵਾਸ ਕਰ ਚੁੱਕਾ ਆ। ਸੋ ਅਸੀਂ ਹੁਣ ਆਮ ਨਹੀਂ ਬਲਕਿ ਖਾਸ ਕੀਤੇ ਗਏ ਉਹਦੀ ਆਤਮਾ ਦੇ ਦੁਆਰਾ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਜਦ ਮੈਂ ਤੁਹਾਡੇ ਲਈ ਦੁਆ ਕਰਦੀ ਪੂਰੇ ਵਿਸ਼ਵਾਸ ਦੇ ਨਾਲ, ਕਿਉਂਕਿ ਮੇਰੇ ਸ਼ਬਦ ਨਹੀਂ, ਉਹਦੀ ਆਤਮਾ ਦੇ ਆ, ਔਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਜਿਹੜਾ ਕਿਹੜਾ ਇਸ ਨੂੰ ਸੁਣੂਗਾ ਉਧਾਰ ਪਾਏਗਾ। ਪ੍ਰਭੂ ਯੀਸ਼ੂ ਮਸੀਹ ਨੇ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਕਿਹਾ, ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ। ਸਭ ਤੋਂ ਪਹਿਲਾਂ ਤੁਸੀਂ ਇਹ ਵਿਸ਼ਵਾਸ ਕਰ ਲਓ ਆਪਣੇ ਜੀਵਨ ਦੇ ਵਿੱਚ, ਠੋਸ ਵਿਸ਼ਵਾਸ, ਜਿਹਨੂੰ ਮਜ਼ਬੂਤ ਵਿਸ਼ਵਾਸ ਕਹਿੰਦੇ, ਕਿ ਤੁਹਾਡੇ ਸ਼ਬਦ ਹੁਣ ਤੁਹਾਡੇ ਨਹੀਂ, ਉਹਦੀ ਆਤਮਾ ਦੇ, ਕਿਉਂਕਿ ਹੁਣ ਉਹਦਾ ਆਤਮਾ ਤੁਹਾਨੂੰ ਚਲਾ ਰਿਹਾ। ਪ੍ਰਭੂ ਯੀਸ਼ੂ ਨੇ ਕਿਹਾ ਤੁਸੀਂ ਉਸ ਪਹਾੜ ਨੂੰ ਵੀ ਕਹਿ ਦੋਗੇ ਤੇ ਉਹ ਵੀ ਜਾ ਕੇ ਡਿੱਗ ਪਵੇਗਾ। ਇੱਕ ਇਨਸਾਨ ਜਦੋਂ ਬੋਲਦਾ, ਇੱਕ ਇਨਸਾਨ ਜਦੋਂ ਕੋਈ ਗੱਲ ਕਰਦਾ ਆ, ਤੇ ਉਹ ਅਸੀਂ ਉਹਨੂੰ ਕਹਿੰਦੇ ਕਿ ਇਹ ਹਮੇਸ਼ਾ ਬੋਲਦਾ ਆ, ਹਮੇਸ਼ਾ ਕੁਛ ਨਾ ਕੁਛ ਕਹਿੰਦਾ ਹੀ ਰਹਿੰਦਾ ਆ, ਪਰ ਪੂਰਾ ਨਹੀਂ ਹੁੰਦਾ। ਪਰ ਜਦੋਂ ਅਸੀਂ ਆਤਮਾ ਦੇ ਅੰਦਰ ਦੀ ਹੋ ਕੇ ਇਹ ਵਿਸ਼ਵਾਸ ਕਰਕੇ ਬੋਲਾਂਗੇ ਕਿ ਹੁਣ ਅਸੀਂ ਨਹੀਂ ਬੋਲ ਰਹੇ, ਪ੍ਰਭੂ ਯੀਸ਼ੂ ਦਾ ਆਤਮਾ ਬੋਲ ਰਿਹਾ। ਔਰ ਪਰਮੇਸ਼ਵਰ ਨੇ ਬਾਈਬਲ ਦੇ ਵਿੱਚ ਲਿਖਿਆ, ਅੱਜ ਮੈਂ ਪੜ੍ਹ ਰਹੀ ਸੀਗੀ ਲੂਕਾ ਦੀ, ਉਹਦੇ ਵਿੱਚ ਵਚਨ ਮਰੀਅਮ ਔਰ ਜਦੋਂ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਪਰਮੇਸ਼ਵਰ ਨੇ ਮੇਰੇ ਤੇ ਤਰਸ ਖਾਦਾ, ਔਰ ਕਹਿੰਦੀ ਪਰਮੇਸ਼ਵਰ ਦਾ ਕਿਹਾ ਪੂਰਾ ਹੁੰਦਾ ਆ। ਜਦੋਂ ਪਰਮੇਸ਼ਵਰ ਕੋਈ ਚੀਜ਼ ਕਹਿੰਦਾ ਉਹ ਪੂਰੀ ਹੁੰਦੀ ਆ। ਸੋ ਕੀ ਹੈ, ਜਦੋਂ ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਹੈ, ਜਦੋਂ ਅਸੀਂ ਇਹ ਵਿਸ਼ਵਾਸ ਕਰਕੇ ਬੋਲਣਾ ਕਿ ਹੁਣ ਇਹ ਸਾਡੇ ਸ਼ਬਦ ਸਾਡੇ ਨਹੀਂ, ਪਰਮੇਸ਼ਵਰ ਦੀ ਆਤਮਾ ਦੇ ਆ, ਤੇ ਉਹ ਪੂਰੇ ਹੋਣਗੇ। ਕਿਉਂਕਿ ਜੇ ਅਸੀਂ ਆਪਣੀ ਬੁੱਧੀ ਲਾਉਂਦੇ ਆ, ਕਿਉਂਕਿ ਅਸੀਂ ਇਹ ਵਿਸ਼ਵਾਸ ਹੀ ਨਹੀਂ ਕਰਦੇ ਕਿ ਸਾਡੇ ਸ਼ਬਦ ਹੁਣ ਸਾਡੇ ਨਹੀਂ ਆ। ਅਸੀਂ ਇਹ ਵਿਸ਼ਵਾਸ ਕਰਦੇ ਕਿ ਅਸੀਂ ਕਰ ਰਹੇ ਹਾਂ। ਨਹੀਂ, ਅਗਰ ਜਿੱਦਣ ਅਸੀਂ ਇਹ ਸਮਝ ਗਏ ਕਿ ਅਸੀਂ ਨਹੀਂ ਕਰ ਰਹੇ ਬਲਕਿ ਉਹਦਾ ਆਤਮਾ ਕਰ ਰਿਹਾ, ਸਾਡੇ ਸ਼ਬਦ ਨੂੰ ਉਹਦਾ ਆਤਮਾ ਇਸਤੇਮਾਲ ਕਰ ਰਿਹਾ, ਸਾਨੂੰ ਗਾਈਡ ਉਹ ਕਰ ਰਿਹਾ, ਜੇ ਸਾਡਾ ਸੱਚਾ ਸਹਾਇਕ ਪਰਮੇਸ਼ਵਰ ਨੇ ਸਾਨੂੰ ਉਹ ਦੇ ਦਿੱਤਾ, ਤਾਂ ਫਿਰ ਸਾਡੀ ਜ਼ਿੰਦਗੀ ਉਹਦੇ ਕੰਟਰੋਲ 'ਚ ਆ। ਸਾਡਾ ਬੋਲਣਾ, ਸਾਡਾ ਸੁਣਨਾ, ਸਾਡਾ ਦੇਖਣਾ, ਸਾਡਾ ਸਮਝਣਾ, ਹਰ ਇੱਕ ਚੀਜ਼ ਫਿਰ ਪਰਮੇਸ਼ਵਰ ਦੀ ਆਤਮਾ ਦੇ ਕੰਟਰੋਲ ਦੇ ਵਿੱਚ ਆ, ਜੇ ਤੁਸੀਂ ਇਹ ਵਿਸ਼ਵਾਸ ਕਰਦੇ ਆ ਤਾਂ। ਜਦੋਂ ਤੁਸੀਂ ਇਹ ਵਿਸ਼ਵਾਸ ਕਰ ਲਓਗੇ, ਪਵਿੱਤਰ ਆਤਮਾ ਤੁਹਾਨੂੰ ਚਲਾਉਣਾ ਸ਼ੁਰੂ ਕਰ ਦੇਗਾ। ਫਿਰ ਤੁਹਾਡੇ ਸ਼ਬਦ ਇੱਦਾਂ ਦੇ ਪ੍ਰਭਾਵਸ਼ਾਲੀ ਹੋ ਜਾਣਗੇ ਕਿ ਤੁਸੀਂ ਅਮੀਰ ਤੋਂ ਅਮੀਰ ਬੰਦੇ ਦੇ ਜਾ ਕੇ ਵੀ ਉਹਨੂੰ ਬਲੈਸ ਕਰ ਦੋਗੇ ਨਾ, ਤਾਂ ਉਹ ਸੋਚਣ ਤੇ ਮਜਬੂਰ ਹੋ ਜਾਏਗਾ ਕਿ ਵਾਹ, ਕਿ ਜਿਹਨੂੰ ਮੈਂ ਇੱਕ ਆਮ ਜਿਹਾ ਸਮਝਿਆ ਸੀ, ਉਹ ਮੇਰੀ ਜ਼ਿੰਦਗੀ 'ਚ ਆ ਬੋਲ ਕੇ ਗਿਆ, ਪੂਰਾ ਹੋ ਗਿਆ। ਤੁਸੀਂ ਖਾਸ ਹੋ ਜਾਓਗੇ ਜਿੱਦਣ ਤੁਸੀਂ ਆਪਣੇ ਸ਼ਬਦਾਂ ਨੂੰ ਪਵਿੱਤਰ ਆਤਮਾ ਦੀ ਪਾਵਰ ਸਮਝ ਕੇ ਯੂਜ਼ ਕੀਤਾ। ਸੋ ਪਰਮੇਸ਼ਵਰ ਚਾਹੁੰਦੇ ਆ ਕਿ ਜੇ ਤੁਸੀਂ ਉਧਾਰ ਪਾਏ ਹੋਏ ਆ, ਪਵਿੱਤਰ ਆਤਮਾ ਪਾਏ ਹੋਏ ਆ, ਤੇ ਇਹੋ ਹੀ ਅੰਦਰ ਗ੍ਰਹਿਣ ਕਰੋ, ਮਨਨ ਕਰੋ ਕਿ ਪਵਿੱਤਰ ਆਤਮਾ ਪਾਏ ਹੋਏ ਅਸੀਂ ਜਾਣਦੇ ਆ, ਤੇ ਸਾਡੇ ਬੋਲ ਹੁਣ ਆਮ ਨਹੀਂ, ਸਾਡਾ ਚੱਲਣਾ ਆਮ ਨਹੀਂ, ਸਾਡਾ ਬੋਲਣਾ ਆਮ ਨਹੀਂ, ਸਾਡਾ ਦੇਖਣਾ ਆਮ ਨਹੀਂ, ਸਾਡਾ ਸੁਣਨਾ ਆਮ ਨਹੀਂ। ਜਦੋਂ ਅਸੀਂ ਅੰਨ੍ਹੇ ਜਾਤੀ ਸੀ, ਅਸੀਂ ਸੁਣਦੇ ਸੀ ਅੰਨ੍ਹੇ ਜਾਤੀ ਦੇ ਸੌਂਗ ਸੁਣਦੇ ਸੀ,
ਦੇਖਦੇ ਸੀ, ਉਹ ਚੀਜ਼ਾਂ ਦੇਖਦੇ ਸੀਗੇ। ਹੁਣ ਜਦੋਂ ਅਸੀਂ ਪਰਮੇਸ਼ਵਰ ਦੀ ਆਤਮਾ ਪਾਏ ਹੋਏ ਹਾਂ ਤੇ ਫਿਰ ਪਰਮੇਸ਼ਵਰ ਦੀ ਆਤਮਾ ਦਾ ਸੁਭਾਅ ਤੁਹਾਨੂੰ ਸਾਰਿਆਂ ਨੂੰ ਪਤਾ, ਅਗਰ ਤੁਸੀਂ ਬਾਈਬਲ ਦੇ ਵਿੱਚ ਪੜ੍ਹਿਆ ਹੋਵੇਗਾ। ਫਿਰ ਨਰਮਾਈ ਸਾਡਾ ਹਿੱਸਾ ਆ, ਸੰਯਮ ਸਾਡਾ ਹਿੱਸਾ, ਭਲਾਈ ਸਾਡਾ ਹਿੱਸਾ, ਵਫਾਦਾਰੀ ਸਾਡਾ ਹਿੱਸਾ ਆ। ਪਰਮੇਸ਼ਵਰ ਦੇ ਆਤਮਾ ਦੇ ਸੁਭਾਅ ਫਿਰ ਸਾਡੇ ਅੰਦਰ ਆ, ਤੇ ਅਸੀਂ ਨਹੀਂ, ਹੁਣ ਮੇਰਾ ਨਾਮ ਰਜਿੰਦਰ ਆ, ਹੁਣ ਮੈਂ ਰਜਿੰਦਰ ਨਹੀਂ ਬਲਕਿ ਪਰਮੇਸ਼ਵਰ ਦਾ ਆਤਮਾ ਬੋਲ ਰਿਹਾ ਇਸ ਵਕਤ। ਕਿਉਂਕਿ ਖੁਦਾ ਕਹਿੰਦਾ ਤੁਸੀਂ ਆਪਣੇ ਆਪ ਨੂੰ ਮਾਰ ਕੇ ਮੈਨੂੰ ਅੰਦਰ ਜੀਵਤ ਕਰੋ। ਤੇ ਜਦੋਂ ਅਸੀਂ ਉਹਨੂੰ ਜੀਵਤ ਕਰ ਲਿਆ ਤੇ ਸਾਡਾ ਬੋਲਿਆ ਵਿਅਰਥ ਕਿੱਦਾਂ ਜਾਏਗਾ, ਕਿਉਂਕਿ ਅਸੀਂ ਬੋਲ ਹੀ ਨਹੀਂ ਰਹੇ, ਉਹ ਬੋਲ ਰਿਹਾ ਸਾਡੇ ਵਿੱਚ ਵੀ। ਸੋ ਆਪਣੇ ਸ਼ਬਦਾਂ ਦੀ ਪਾਵਰ ਨੂੰ ਸਮਝੋ, ਆਪਣੇ ਸ਼ਬਦ ਨੂੰ ਰੋਜ਼ ਉੱਠ ਕੇ ਆਪਣੇ ਲਈ ਪ੍ਰੋਫੈਸੀ ਕਰੋ। ਤੁਸੀਂ ਖੁਦ ਇੱਕ ਪ੍ਰੋਫੈਸਰ ਪਰਮੇਸ਼ਵਰ ਦੇ, ਤੁਸੀਂ ਪ੍ਰੋਫਟ ਹੋ ਖੁਦਾ ਦੇ, ਸਾਰੇ ਹੀ ਤੁਸੀਂ ਵੀ ਆਤਮਾ ਪਾਏ ਹੋਏ। ਰੋਜ਼ ਪ੍ਰੋਫੈਸੀ ਕਰੋ। ਪਰਮੇਸ਼ਰ ਨੇ ਵਿਸ਼ਵਾਸ ਕਰਨ ਵਾਲੇ ਲਈ ਪਰਮੇਸ਼ਰ ਕਹਿੰਦਾ ਸਭ ਕੁਝ ਹੋ ਜਾਏਗਾ। ਫਿਰ ਤੁਹਾਡੇ ਬੋਲਣ ਨਾਲ ਕਿਉਂ ਨਹੀਂ ਤੁਹਾਡੀ ਜ਼ਿੰਦਗੀ 'ਚ ਹੋਏਗਾ? ਜਿਹੜੀ ਪ੍ਰੋਫੈਸੀ ਤੁਸੀਂ ਸੋਚਦੇ ਕਿ ਪਰਮੇਸ਼ਰ ਦਾ ਦਾਸ ਸਾਡੇ ਲਈ ਕਰੇ, ਕਿਉਂਕਿ ਖੁਦਾ ਨੇ ਨਬੀ ਠਹਿਰਾਇਆ, ਪ੍ਰੋਫਟ ਠਹਿਰਾਇਆ ਸਾਡੇ ਲਈ। ਤੁਸੀਂ ਕਹਿੰਦੇ ਖੁਦਾ ਕਰੇ, ਤੇ ਕੀ ਤੁਹਾਡੇ ਬੋਲਣ ਤੇ ਖੁਦਾ ਨਹੀਂ ਕਰੇਗਾ? ਜਦੋਂ ਤੁਸੀਂ ਇਹਦੀ ਆਤਮਾ ਦੇ ਆਪਣੇ ਜੀਵਨ 'ਚ ਲੈ ਕੇ ਬੋਲੂਗੇ ਤੇ ਪਰਮੇਸ਼ਰ ਆਤਮਾ ਦਾ ਕਿਆ ਮੋੜ ਦੇਗਾ? ਕਦੀ ਵੀ ਨਹੀਂ। ਪਰਮੇਸ਼ਰ ਕਹਿੰਦਾ ਮੈਂ ਸਭ ਕੁਝ ਮਾਫ ਕਰ ਦੂੰਗਾ, ਲੇਕਿਨ ਆਤਮਾ ਦੇ ਖਿਲਾਫ ਬੋਲਿਆ ਕਦੀ ਨਹੀਂ ਮਾਫ ਕਰੂੰਗਾ, ਕਿਉਂਕਿ ਉਹਦਾ ਆਤਮਾ ਹੁਣ ਸਾਡੇ ਵਿੱਚ ਆ, ਪਰਮੇਸ਼ਵਰ ਸਾਡੇ ਵਿੱਚ ਆ। ਸੋ ਮੇਰਾ ਅੱਜ ਦਾ ਇਹੋ ਹੀ ਮੈਸੇਜ ਆ ਕਿ ਤੁਸੀਂ ਸਾਰੇ ਹੀ ਪਰਮੇਸ਼ਵਰ ਦੇ ਨਾਮ ਦੇ ਵਿੱਚ ਵੱਧਦੇ ਜਾਓ ਔਰ ਆਪਣੇ ਸ਼ਬਦਾਂ ਨੂੰ ਸਹੀ ਇਸਤੇਮਾਲ ਕਰੋ। ਯਹੂਨਾ 1:1 ਦੇ ਵਿੱਚ ਜਦੋਂ ਤੁਸੀਂ ਪੜ੍ਹਦੇ, ਇਹਨੂੰ ਪੜ੍ਹੋ ਹੀ ਨਾ, ਇਹਦੇ ਤੇ ਮਨਨ ਕਰੋ ਕਿ ਆਦਿ 'ਚ ਸ਼ਬਦ ਸੀ, ਸ਼ਬਦ ਹੀ ਪਰਮੇਸ਼ਵਰ ਸੀ, ਤੇ ਸ਼ਬਦ ਹੀ ਦੇਹਧਾਰੀ ਹੋ ਕੇ ਧਰਤੀ ਤੇ ਆਇਆ, ਤੇ ਸ਼ਬਦ ਦੁਆਰਾ ਸ੍ਰਿਸ਼ਟੀ ਰਚੀ ਗਈ, ਤੇ ਸ਼ਬਦ ਦੁਆਰਾ ਸ੍ਰਿਸ਼ਟੀ ਸਾਡੇ ਬਾਪ ਨੇ ਰਚੀ, ਸਾਡੇ ਅਸਲ ਬਾਪ ਨੇ ਹੁਣ, ਜੋ ਸਾਨੂੰ ਮਾਂ ਦੀ ਕੁੱਖ ਦੇ ਵਿੱਚ ਜਿਸ ਨੇ ਸਾਡੀ ਰਚਨਾ ਕੀਤੀ ਆ। ਇਹ ਹੱਥ ਪੈਰ ਅੰਗ ਸਾਰਾ ਸਰੀਰ ਬੁੱਧੀ ਅਕਲ ਸਾਰੇ ਬਣਾਉਣ ਵਾਲਾ ਪਰਮੇਸ਼ਵਰ ਆ ਸਾਡਾ। ਇਹ ਅਸੀਂ ਉਸ ਦੀ ਸੰਤਾਨ ਆ, ਅਸੀਂ ਪਾਵਰਫੁਲ ਪਰਮੇਸ਼ਵਰ ਦੀ ਸੰਤਾਨ ਆ, ਤੇ ਅਸੀਂ ਵੀ ਸ਼ਕਤੀ ਪਾਏ ਹੋਏ ਪਰਮੇਸ਼ਵਰ ਦੀ ਬੱਚੇ ਆ। ਹੁਣ ਜਿੱਦਣ ਤੁਸੀਂ ਇਹ ਸਮਝ ਲਿਆ, ਤੁਸੀਂ ਆਪਣੇ ਜੀਵਨ ਦੇ ਵਿੱਚ ਖੁਦ ਆਪਣੇ ਬੋਲਾਂ ਦੇ ਨਾਲ ਉਧਾਰ ਨੂੰ ਦੇਖ ਲਓਗੇ, ਚੰਗਿਆਈ ਨੂੰ ਦੇਖ ਲਓਗੇ, ਬਲੈਸਿੰਗ ਨੂੰ ਦੇਖ ਲਓਗੇ। ਜੇ ਬੱਚੇ ਤੁਹਾਨੂੰ ਤੰਗ ਕਰ ਰਹੇ ਆ, ਤੁਸੀਂ ਉਹਨਾਂ ਦੇ ਜੀਵਨ 'ਚ ਛੁਟਕਾਰੇ ਨੂੰ ਦੇਖੋਗੇ, ਜਿੱਦਣ ਤੁਸੀਂ ਪਰਮੇਸ਼ਵਰ ਦੀ ਪਾਵਰ ਨੂੰ ਸਮਝ ਲਿਆ, ਉਹਦੀ ਆਤਮਾ ਦੇ ਪਾਵਰ ਨੂੰ ਸਮਝ ਲਿਆ। ਸੋ ਅੱਜ ਦਾ ਮੇਰਾ ਮੈਸੇਜ ਇਹੋ ਹੀ ਸੀਗਾ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣ। ਜ਼ਰੂਰ ਇਸ ਨੂੰ ਮਨਨ ਕਰਿਓ, ਪੜ੍ਹਿਓ, ਬਾਈਬਲ ਤੁਹਾਡੇ ਕੋਲ ਆ। ਪਰਮੇਸ਼ਵਰ ਤੁਹਾਨੂੰ ਅਕਲ ਦੇਣ, ਬੁੱਧੀ ਦੇਣ, ਸਮਝ ਦੇਣ ਕਿ ਤੁਸੀਂ ਆਪਣੇ ਸ਼ਬਦਾਂ ਦਾ ਸਹੀ ਉਚਾਰਨ ਕਰ ਸਕੋ। ਔਰ ਕਿਉਂਕਿ ਪਰਮੇਸ਼ਵਰ ਦਾ ਆਉਣ ਦਾ ਸਮਾਂ ਬਹੁਤ ਨੇੜੇ ਆ, ਤੁਸੀਂ ਭੁਲੇਵੇਂ 'ਚ ਹੀ ਨਾ ਪਏ ਰਹੋ, ਭਟਕਦੇ ਹੀ ਨਾ ਰਹੋ। ਪਰਮੇਸ਼ਵਰ ਦੀ ਆਤਮਾ ਦੁਆਰਾ ਜੋ ਸਾਨੂੰ ਅਸਲੀ ਮਦਦਗਾਰ ਪਰਮੇਸ਼ਵਰ ਨੇ ਦੇ ਦਿੱਤਾ, ਉਹਦਾ ਕਦਰ ਕਰੋ, ਉਹਦਾ ਆਨਰ ਕਰੋ ਔਰ ਉਹਦੇ ਚਲਾਏ ਚੱਲੋ, ਤੇ ਪਰਮੇਸ਼ਵਰ ਤੁਹਾਨੂੰ ਜ਼ਰੂਰ ਬੜੀ ਬੇਦਾਰੀ ਤੁਹਾਡੇ ਜੀਵਨ ਦੇ ਵਿੱਚ ਲੈ ਕੇ ਆਵੇਗਾ। ਸੋ ਅੱਜ ਦੇ ਇਸ ਮੈਸੇਜ ਨੂੰ ਮੈਂ ਇੱਥੇ ਹੀ ਫਿਨਿਸ਼ ਕਰਦੀ ਹਾਂ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਔਰ ਤੁਹਾਨੂੰ ਵਿਜ਼ਡਮ ਦੇਵੇ। ਖੁਦਾ ਦੇ ਤੁਸੀਂ ਯੋਜਨਾ ਨੂੰ ਸਮਝ ਸਕੋ, ਉਹਦੀ ਆਤਮਾ ਦੀ ਪਾਵਰ ਨੂੰ ਸਮਝ ਸਕੋ। ਫਿਰ ਮੈਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਦੀ ਹਾਂ। ਪਰਮੇਸ਼ਵਰ ਜਿੰਨੇ ਜਣੇ ਸੁਣਨਗੇ, ਮੇਰਾ ਹੀ ਮਾਨ ਆ, ਬਹੁਤ ਵੱਡੀ ਗਵਾਹੀ ਨਾਲ ਖੜੇ ਹੋਣਗੇ, ਕਿਉਂਕਿ ਮੈਂ ਨਹੀਂ, ਖੁਦਾ ਦਾ ਆਤਮਾ ਬੋਲ ਰਿਹਾ ਬਹੁਤ ਵੱਡੀ ਗਵਾਹੀ ਦੇ ਨਾਲ। ਖੁਦਾ ਤੁਹਾਨੂੰ ਬਲੈਸ ਕਰੇ, ਆਸ਼ੀਸ਼ ਦੇਵੇ, ਤੁਹਾਡੇ ਘਰਾਣਿਆਂ ਦੇ ਵਿੱਚ ਬਰਕਤ ਲੈ ਕੇ ਆਵੇ, ਤੁਹਾਡੇ ਬੱਚਿਆਂ ਵਿੱਚ ਬਰਕਤ ਲੈ ਕੇ ਆਵੇ। ਜੋ ਬੇਔਲਾਦ ਆ ਉਹ ਔਲਾਦ ਨੂੰ ਪਾ ਜਾਣ, ਜੋ ਬੇਰੁਜ਼ਗਾਰ ਆ ਉਹ ਰੋਜ਼ਗਾਰ ਨੂੰ ਪਾ ਜਾਣ ਯੀਸ਼ੂ ਨਾਮ ਦੇ ਵਿੱਚ। ਯੀਸ਼ੂ ਨਾਮ ਸਾਡੀਆਂ ਸਭਨਾਂ ਦੀਆਂ ਜ਼ਿੰਦਗੀਆਂ ਵਿੱਚ ਉੱਚਾ ਕੀਤਾ ਜਾਵੇ। ਪਰਮੇਸ਼ਵਰ ਸਾਡਾ ਮਹਾਨ ਤੇ ਪ੍ਰਤਾਪੀ ਪਰਮੇਸ਼ਵਰ ਹੈ। ਇਸ ਬਚਨ ਨੂੰ ਪੜ੍ਹੇ ਸੁਣੇ ਜਾਣ ਨੂੰ ਸਾਰੇ ਬਰਕਤ ਪਾਉਣ, ਆਸ਼ੀਸ਼। ਜੈ ਮਸੀਹ।